ਧੰਨ ਵਾਹਿਗੁਰੂ ਜੀਓ। ਫਰੀਦਾ ਦਰਿਆਵੈ ਕੰਨੈ ਬਗੁਲਾ ਬੈਠਾ ਕੇਲ ਕਰੇ। ਕੇਲ ਕਰੇਂਦੇ ਹਾਂਜਨੋ ਅਚਿੰਤੇ ਬਾਜ ਪਏ। ਬਾਜ ਪਏ ਤਿਸ ਰੱਬ ਦੇ ਕੀਲਾਂ ਵਿਸਰੀਆਂ। ਜੋ ਮਨ ਚਿਤ ਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਵਿੱਚ ਆਪ ਸਰਬੱਤ ਸੰਗਤ ਨੇ ਸੱਜ ਕੇ ਬੜੀ ਇਕਾਗਰਤਾ ਪ੍ਰੇਮ ਸਹਿਤ ਸਤਿਗੁਰੂ ਦੀ ਪਾਵਨ ਬਾਣੀ ਦੇ ਪਾਠ, ਸਤਿਗੁਰੂ ਮਹਾਰਾਜ ਦੀ ਅੰਮ੍ਰਿਤ ਸਰੂਪ ਬਾਣੀ ਦੇ ਕੀਰਤਨ ਦਾ ਲਾਹਾ ਗੁਰੂ ਸਵਾਰਿਆਂ ਪਾਸੋਂ ਪ੍ਰਾਪਤ ਕੀਤਾ ਹੈ। ਗੁਰੂ ਮਹਾਰਾਜ ਦੀ ਬਖਸ਼ਿਸ਼ ਦੇ ਪਾਤਰ ਬਣ ਕੇ ਆਪਾਂ ਜੋ ਇਹਨਾਂ ਰੋਜ਼ਾਨਾ ਦੇ ਦੀਵਾਨਾਂ ਵਿੱਚ ਯਤਨ ਕਰਦੇ ਹਾਂ, ਬਾਬਾ ਸ਼ੇਖ ਫਰੀਦ ਸਾਹਿਬ ਜੀ ਦੇ ਜੋ ਸ਼ਲੋਕ ਹਨ ਉਹਨਾਂ ਦੀ ਆਪਾਂ ਲੜੀਵਾਰ ਵਿਚਾਰ ਉਪਦੇਸ਼ ਨੂੰ ਵਿਚਾਰਨ ਅਤੇ ਸਮਝਣ ਦਾ ਇਹ ਯਤਨ ਕਰਦੇ ਹਾਂ। ਹੁਣ ਤੱਕ ਆਪਾਂ ਤਕਰੀਬਨ ਬਾਬਾ ਸ਼ੇਖ ਫਰੀਦ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਲੜੀਵਾਰ ਸ਼ਲੋਕਾਂ ਵਿੱਚੋਂ 98 ਸ਼ਲੋਕ ਜਿਹੜੇ ਹਨ ਉਹ ਵਿਚਾਰੇ ਹਨ। ਇਹ 99 ਨੰਬਰ ਸ਼ਲੋਕ ਹੈ ਜਿਸ ਦਾ ਪਾਠ ਆਪ ਜੀ ਨੇ ਸੁਣਿਆ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਕ ਨੰਬਰ 1383 ਉੱਤੇ ਇਹ ਸ਼ਲੋਕ ਅੰਕਿਤ ਹੈ। ਬਾਬਾ ਫਰੀਦ ਸਾਹਿਬ ਜੀ ਨੇ ਇਸ ਸ਼ਲੋਕ ਵਿੱਚ ਆਮ ਤੌਰ ਦੇ ਉੱਤੇ ਐਸੇ ਸ਼ਲੋਕਾਂ ਦਾ ਪਠਨ ਪਾਠ, ਗਾਇਨ, ਕੀਰਤਨ, ਕਥਾ ਵਿਚਾਰ ਜਦੋਂ ਕੋਈ ਪ੍ਰਾਣੀ ਇਸ ਸੰਸਾਰ ਤੋਂ ਤੁਰ ਜਾਂਦਾ ਹੈ ਤਾਂ ਉਸ ਦੇ ਪ੍ਰਥਾਏ ਜੋ ਆਪਾਂ ਮਗਰੋਂ ਕਾਰਜ ਕਰਦੇ ਹਾਂ ਅੰਤਮ ਅਰਦਾਸ ਦੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚੋਂ ਕੁਝ ਵੈਰਾਗਮਈ ਸ਼ਬਦਾਂ ਦਾ ਗਾਇਨ ਅਤੇ ਵਿਚਾਰ ਹੁੰਦੀ ਹੈ। ਕੁਝ ਐਸੇ ਸ਼ਲੋਕਾਂ ਨੂੰ ਆਪਾਂ ਜ਼ਿਆਦਾਤਰ ਪੜ੍ਹਦੇ ਹਾਂ। ਹਾਲਾਂਕਿ ਸ਼ਲੋਕ ਸਮੁੱਚੇ ਜੀਵਨ ਵਿੱਚ ਹੀ ਸਾਨੂੰ ਚੇਤਾ ਕਰਾਉਂਦੇ ਨੇ ਕਿ ਅਸੀਂ ਜਿਨ੍ਹਾਂ ਕੀਲਾਂ ਵਿੱਚ ਪਏ ਹੋਏ ਹਾਂ, ਮੌਜ ਮਸਤੀਆਂ ਵਿੱਚ ਮੁਬਤਲਾ ਗ੍ਰਸਤ ਹਾਂ, ਸਾਨੂੰ ਆਪਣੇ ਜੀਵਨ ਦਾ ਸੱਚ ਜ਼ਰੂਰ ਵੇਖਣਾ ਚਾਹੀਦਾ ਹੈ। ਪਰ ਕਿਉਂਕਿ ਜਾਣ ਵਾਲੇ ਪ੍ਰਾਣੀ ਦੇ ਪ੍ਰਥਾਏ ਵੀ ਜਿਉਂਦੇ ਮਨੁੱਖੀ ਜੁੜ ਬੈਠਦੇ ਨੇ, ਇਸ ਵਾਸਤੇ ਉਸ ਮਾਹੌਲ ਦੇ ਵਿੱਚ ਥੋੜ੍ਹਾ ਸਮਝਣਾ ਹੋਰ ਸੁਖੱਲਾ ਸਾਡੇ ਵਾਸਤੇ ਹੋ ਜਾਂਦਾ ਹੈ ਕਿ ਦੇਖੋ ਹੁਣ ਤਾਂ ਸਾਡੇ ਸਾਹਮਣੇ ਪ੍ਰਤੱਖ ਪ੍ਰਮਾਣ ਹੈ, ਉਦਾਹਰਣ ਹੈ ਕਿ ਸਾਡਾ ਕੋਈ ਸੰਬੰਧੀ, ਕੋਈ ਨਜ਼ਦੀਕੀ, ਕੋਈ ਪਿਆਰਾ ਇਸ ਫਾਨੀ ਜਹਾਨ ਤੋਂ ਕੂਚ ਕਰ ਗਿਆ ਹੈ ਤੇ ਅਸੀਂ ਸਾਰੇ ਹੀ ਆਪਣੀ ਆਪਣੀ ਜ਼ਿੰਦਗੀ ਵਿੱਚ ਝਾਤ ਮਾਰ ਕੇ ਵੇਖੀਏ ਕਿ ਅਸੀਂ ਕਿੱਥੇ ਖੜੇ, ਕਿ ਸਾਨੂੰ ਇਹ ਵਕਤ ਯਾਦ ਹੈ, ਕਿ ਸਾਨੂੰ ਅਹਿਸਾਸ ਹੈ ਕਿ ਇਸ ਤਰ੍ਹਾਂ ਸਾਡੇ ਨਾਲ ਵੀ ਵਾਪਰੇਗਾ, ਹੋਏਗਾ। ਤੋ ਇਸ ਪਾਵਨ ਸ਼ਲੋਕ ਦੀ ਵਿਚਾਰ ਜਿਹੜੀ ਹੈ ਉਸ ਨੂੰ ਆਪਾਂ ਆਰੰਭ ਕਰਦੇ ਹਾਂ। ਬਾਬਾ ਫਰੀਦ ਸਾਹਿਬ ਜੀ ਫਰਮਾਉਂਦੇ ਹਨ, ਦਰਿਆਵੈ ਕੰਨੈ ਬਗੁਲਾ ਬੈਠਾ ਕੇਲ ਕਰੇ। ਸੰਸਾਰ ਦਰਿਆ ਹੈ, ਇਹਦੇ ਕੰਢੇ ਦੇ ਉੱਤੇ ਬੈਠਾ ਹੋਇਆ ਬਗੁਲਾ ਕੀਲਾਂ ਕਰਦਾ ਹੈ। ਬੜੀ ਬਾਕਮਾਲ ਉਦਾਹਰਣ ਵਰਤੀ ਹੈ। ਉਦਾਹਰਣ ਵੀ ਬਗਲੇ ਦੀ ਲਈ, ਹੰਸ ਦੀ ਨਹੀਂ ਲਈ, ਕਿਉਂਕਿ ਹੰਸਾਂ ਹੀਰਾ ਮੋਤੀ ਚੁਗਣਾ ਬਗ ਡੱਡਾਂ ਭਾਲਣ ਜਾਵੇ। ਬਗਲਾ ਕੀ ਕਰਦਾ ਹੈ, ਥੋੜ੍ਹਾ ਜਿਹਾ ਉਹਦਾ ਸੁਭਾਅ ਸਮਝੀਏ ਜੋ ਬਾਣੀ ਵਿੱਚ ਮਹਾਰਾਜ ਨੇ ਐਕਸਪਲੇਨ ਕੀਤਾ।
ਬਗਲਾ ਚਿੱਟੇ ਰੰਗ ਦਾ ਜਨੌਰ ਹੈ, ਪੰਛੀ ਹੈ। ਲਿਖਤਾਂ ਵਿੱਚ ਲਿਖਿਆ ਕਿ ਹੰਸ ਵੀ ਚਿੱਟੇ ਰੰਗ ਦਾ ਹੁੰਦਾ ਹੈ ਤੇ ਤਕਰੀਬਨ ਉਸ ਦੇ ਸਰੀਰ ਦਾ ਆਕਾਰ ਵੀ ਉਹੋ ਜਿਹਾ ਹੀ ਹੁੰਦਾ ਹੈ ਜਿਹੋ ਜਿਹਾ ਬਗਲੇ ਦਾ ਹੁੰਦਾ ਹੈ। ਫਿਰ ਬਗਲਾ ਤਾਂ ਅਸੀਂ ਆਮ ਵੇਖਿਆ, ਪਿੰਡਾਂ ਦੇ ਛੱਪੜਾਂ ਦੇ ਕੰਢਿਆਂ ਦੇ ਉੱਤੇ ਵੇਖਿਆ, ਵਗਦੇ ਪਾਣੀ ਦੇ ਕੰਢੇ, ਦਰਿਆਵਾਂ ਦੇ, ਨਦੀਆਂ ਦੇ ਕੰਢਿਆਂ ਦੇ ਉੱਤੇ ਵੀ ਬਗਲੇ ਪਾਏ ਜਾਂਦੇ ਨੇ। ਰੰਗ ਬਹੁਤ ਸੋਹਣਾ ਹੈ, ਚਿੱਟਾ ਹੈ, ਸਫੇਦ, ਬਿਲਕੁਲ ਦੁੱਧ ਚਿੱਟਾ। ਬਣਤਰ ਵੀ ਸਰੀਰ ਦੀ ਬੜੀ ਪਿਆਰੀ ਹੈ, ਕੋਮਲ ਜਿਹਾ ਪੰਛੀ ਹੈ। ਉਹ ਜਿਸ ਵੇਲੇ ਪਾਣੀ ਦੇ ਕੰਢੇ ਦੇ ਉੱਤੇ ਬਿਲਕੁਲ ਜਾ ਕੇ ਤੇ ਅਟੰਕ ਖਲੋ ਜਾਂਦਾ ਹੈ, ਉਹਦੇ ਪੈਰ ਥੋੜੇ ਥੋੜੇ ਪਾਣੀ ਦੇ ਵਿੱਚ ਹੁੰਦੇ ਨੇ ਤੇ ਉਹਦਾ ਧਿਆਨ ਜਿਹੜਾ ਨਾ, ਉਸ ਦਾ ਲੰਬੀ ਚੁੰਝ ਹੈ, ਉਸ ਦੀ ਸਿਰੀ ਹੈ ਤੇ ਤਿੱਖੇ ਅਸੋਂ ਅੱਗੋਂ ਚੁੰਝ ਦੇ ਜਿਹੜੇ ਨਾਖੂਨ ਨੇ ਉਹ ਤਿੱਖੇ ਨੇ ਤੇ ਉਹ ਜਿਹੜਾ ਧਿਆਨ, ਅੱਖਾਂ ਜਿਹੜੀਆਂ ਨੇ ਆਪਣੀਆਂ ਉਹ ਗੱਡ ਲੈਂਦਾ ਹੈ, ਨਜ਼ਰ ਜਿਹੜੀ ਉਹ ਆਪਣੇ ਪੈਰਾਂ ਵੱਲ ਰੱਖਦਾ ਹੈ। ਕਿਉਂਕਿ ਛੋਟੇ ਛੋਟੇ ਜਿਹੜੇ ਪਾਣੀ 'ਚ ਰਹਿਣ ਵਾਲੇ ਜੀਵ ਨੇ, ਉਹਨਾਂ ਨੇ ਪਾਣੀ ਦੇ ਵਿੱਚ ਵਿਚਰਨਾ ਹੁੰਦਾ ਹੈ ਤੇ ਉਹ ਪਾਣੀ ਦੇ ਵਿੱਚ ਪੈਰ ਪਾ ਕੇ ਖਲੋ ਜਾਂਦਾ, ਹਿੱਲਦਾ ਨਹੀਂ। ਵੀ ਜਿਹੜੇ ਪਾਣੀ 'ਚ ਨਿੱਕੇ ਨਿੱਕੇ ਜੀਵ ਨੇ ਉਹ ਡਰ ਕੇ ਇੱਧਰ ਉੱਧਰ ਨਾ ਭੱਜਣ, ਜਿੱਥੇ ਵੀ ਡਿਸਟਰਬੈਂਸ ਹੋਈ ਪਾਣੀ 'ਚ ਉਹਨਾਂ ਨੇ ਉੱਥੋਂ ਭੱਜ ਜਾਣਾ, ਹਿਲ ਜੁਲ ਹੋਈ ਤੇ ਉੱਥੋਂ ਪਰੇ ਨੂੰ ਚਲੇ ਜਾਣਗੇ। ਹਰ ਜੀਵ ਸੰਸਾਰ ਵਿੱਚ ਖਤਰਾ ਮਹਿਸੂਸ ਕਰਦਾ ਹੈ। ਪਸ਼ੂ ਕਰਦੇ ਹਨ, ਪੰਛੀ ਕਰਦੇ ਹਨ, ਵਿਗਿਆਨੀਆਂ ਨੇ ਕਿਹਾ ਰੁੱਖ ਵੀ ਕਰਦੇ ਨੇ, ਦਰਖਤ ਜਿਹੜੇ ਨੇ, ਪੌਦੇ ਜਿਹੜੇ ਨੇ, ਉਹ ਵੀ ਅਹਿਸਾਸ ਕਰਦੇ ਨੇ ਖਤਰੇ ਦਾ। ਜਾਨਦਾਰ ਚੀਜ਼ ਹੈ ਨਾ, ਜਿਹੜੀ ਵੀ ਚੀਜ਼ ਚੇਤਨ ਹੈ ਉਹਦੇ ਅੰਦਰ ਮਹਿਸੂਸ ਹੋਣ ਦੀ ਸੱਤਾ ਜ਼ਰੂਰ ਭਰੀ ਹੋਈ ਹੈ। ਖੈਰ, ਉਹ ਜਦੋਂ ਖਤਰਾ ਅਨੁਭਵ ਕਰਦੇ ਨੇ ਤੇ ਦੂਰ ਹਟ ਜਾਂਦੇ ਨੇ ਵੀ ਇੱਥੇ ਖਤਰਾ ਹੈ। ਹੁਣ ਤੁਸੀਂ ਵੇਖੋ, ਮੈਂ ਕਈ ਵਾਰ ਹੈਰਾਨ ਹੁੰਦਾ, ਕੁਦਰਤ ਦੀ ਬਾਕਮਾਲ ਰਚਨਾ ਹੈ। ਹਰ ਜੀਵ ਆਪਣੀ ਵਿੱਤ ਮੁਤਾਬਕ ਲੜਦਾ ਵੀ ਹੈ ਤੇ ਵਿੱਤ ਮੁਤਾਬਕ ਡਰਦਾ ਵੀ। ਤੁਸੀਂ ਕਿਸੇ ਪਸ਼ੂ ਨੂੰ, ਪੰਛੀ ਨੂੰ ਵੇਖ ਲਓ, ਕਈ ਵਾਰ ਵੇਖਣ ਵਿੱਚ ਆਇਆ ਬਿੱਲੀਆਂ ਕਿੰਨੀਆਂ ਕੋਮਲ ਜੀਆਂ ਹੁੰਦੀਆਂ ਨੇ, ਆਮ ਤੌਰ ਤੇ ਡਰਾਕਲ ਮੰਨੀਆਂ ਜਾਂਦੀਆਂ ਨੇ। ਜੇ ਘਿਰ ਜਾਣ ਨਾ, ਘਿਰ ਜਾਣ, ਤੇ ਕਈ ਵਾਰ ਐਸਾ ਵੀ ਵੇਖਿਆ ਵੀ ਧਾ ਕੇ ਉਹ ਕੋਮਲ ਜੀ ਛੋਟੇ ਜਿਹੇ ਆਕਾਰ ਦੀ ਬਿੱਲੀ ਵੀ ਬੰਦੇ ਦੇ ਗਲ ਪੈ ਜਾਂਦੀ। ਜਦੋਂ ਉਹਨੂੰ ਲੱਗਦਾ ਨਾ ਵੀ ਹੁਣ ਤਾਂ ਮਰੀ ਆ, ਤਾਂ ਉਹ ਆਖਰੀ ਚਾਰਾ ਕਰਦੀ ਹੈ ਲੜਨ ਦਾ, ਫਾਈਟ ਕਰਨ ਦਾ, ਵੀ ਹੁਣ ਬਚਣਾ ਚਾਹੀਦਾ। ਹੋ ਸਕਦਾ ਐਵੇਂ ਉਹ ਅਗਲਾ ਦਹਿਲ ਜਾਏ, ਥੋੜੀ ਜਿਹੀ ਸਪੇਸ ਮਿਲ ਜਾਏ ਤੇ ਨਿਕਲ ਜਾਵਾਂ, ਤੇ ਇਸ ਤਰ੍ਹਾਂ ਹੁੰਦਾ ਵੀ ਹੈ। ਜਾਨੀ ਕਿ ਉਹਨਾਂ ਦੇ ਅੰਦਰ ਐਨ ਮੁਸੀਬਤ ਵੇਲੇ ਲੜਨ ਦਾ ਵੀ ਇੱਕ ਚੇਤਨਤਾ ਜਿਹੜੀ ਕੁਦਰਤ ਨੇ ਉਹਨਾਂ ਨੂੰ ਦਿੱਤੀ ਹੈ ਤੇ ਖਤਰੇ ਤੋਂ ਡਰ ਕੇ ਦੂਰ ਚਲੇ ਜਾਣ ਦੀ ਚੇਤਨਾ, ਅਹਿਸਾਸ ਵੀ ਉਹਨਾਂ 'ਚ ਹੈ। ਮਨੁੱਖ ਵੀ ਆਪਣੇ ਜੀਵਨ 'ਚ ਇਵੇਂ ਹੀ ਕਰਦਾ ਹੈ। ਸਧਾਰਨ ਤੌਰ ਦੇ ਉੱਤੇ ਕੋਈ ਬਿੱਲੀ ਕਿਸੇ ਨੂੰ ਵੱਢਣ ਪੈ ਜਾਏ, ਕੋਈ ਕੁੱਤਾ ਕਿਸੇ ਨੂੰ ਵੱਢਣ ਪੈ ਜਾਏ ਤੇ ਆਪਾਂ ਸਮਝਦੇ ਹਾਂ ਵੀ ਇਹਨੂੰ ਕੋਈ ਡਿਜ਼ੀਜ਼ ਹੈ, ਹਲਕਾ ਹੋ ਗਿਆ ਹੋਏਗਾ, ਪ੍ਰੋਬਲਮ ਹੋ ਗਈ ਹੋਏਗੀ। ਪਰ ਮਨੁੱਖ ਸਧਾਰਨ ਤੌਰ ਤੇ ਹੀ ਕਿਸੇ ਦੇ ਗਲ ਪੈ ਜਾਏ ਤੇ ਆਪਾਂ ਨਹੀਂ ਮੰਨਦੇ ਵੀ ਇਹਨੂੰ ਵੀ ਹਲਕਾ ਹੋਇਆ। ਕੋਈ ਖਤਰਾ ਹੈ ਤੇ ਗੱਲ ਵੱਖਰੀ ਹੈ। ਬਿਨਾਂ ਖਤਰੇ ਤੋਂ ਹੀ ਕੋਈ ਬੰਦਾ ਦੂਸਰੇ ਦਾ ਗਲਾ ਰੇਤਣ ਪੈ ਜਾਏ, ਕਿਸੇ ਨੂੰ ਮਾਰਨ ਪੈ ਜਾਏ, ਤੇ ਆਪਾਂ ਕਹਿੰਦੇ ਹਾਂ ਹੋ ਸਕਦਾ ਇਹਦੇ ਕੋਈ ਹਾਲਾਤ ਹੋਣ, ਪਰ ਨਹੀਂ ਹੁੰਦਾ। ਉੱਥੇ ਵੀ ਹਲਕਾ ਹੀ ਆਪਾਂ ਮੰਨਦੇ ਨਹੀਂ, ਮਨੁੱਖ ਜੋ ਹੋਏ। ਕੋਈ ਬੰਦਾ ਗਨ ਚੁੱਕਦਾ ਤੇ ਦੂਜਿਆਂ ਨੂੰ ਮਾਰ ਦਿੰਦਾ, ਕੋਈ ਬੰਦਾ ਰਾਹ ਜਾਂਦੇ ਬੰਦੇ ਨੂੰ ਲੁੱਟਣ ਦੀ ਕੋਸ਼ਿਸ਼ ਕਰਦਾ, ਕੋਈ ਕਿਸੇ ਦਾ ਨੁਕਸਾਨ, ਕੋਈ ਉਸ ਬੰਦੇ ਤੋਂ ਖਤਰਾ ਨਹੀਂ, ਉਹਨੂੰ ਜਾਣਦਾ ਨਹੀਂ, ਉਹਨੇ ਕੋਈ ਨੁਕਸਾਨ ਨਹੀਂ ਕੀਤਾ, ਕੋਈ ਬਦਲੇ ਦੀ ਭਾਵਨਾ ਨਹੀਂ। ਕਿ ਕਈ ਵਾਰ ਐਸਾ ਵੀ ਵਾਪਰਦਾ, ਬੰਦੇ ਆਪਣੇ ਸਵਾਰਥ ਕਰਕੇ ਦੂਜੇ ਬੰਦੇ ਨੂੰ ਨੁਕਸਾਨ ਪਹੁੰਚਾਉਂਦੇ। ਇਹਦਾ ਮਤਲਬ ਹੈ ਡਿਜ਼ੀਜ਼ ਹੈ। ਖਤਰੇ ਵੇਲੇ ਚੁੱਕੀ ਹੋਈ ਤਲਵਾਰ ਜਿਹੜੀ ਹੈ ਉਹ ਕੁਝ ਹੋਰ ਚੀਜ਼ ਹੈ। ਉਹਨੂੰ ਧਰਮ ਜਿਹੜਾ ਹੈ, ਦੁਨੀਆ ਦੇ ਜਿਹੜੇ ਅਕਲਮੰਦ ਲੋਕ ਨੇ ਉਹਨੂੰ ਡਿਜ਼ੀਜ਼ ਨਹੀਂ ਮੰਨਦੇ। ਉਹ ਕਹਿੰਦੇ ਨੇ ਨਾਰਮਲੀ ਹੈ, ਇਹ ਰਿਐਕਟ ਕਰੇਗਾ, ਜਦੋਂ ਇਹਨੂੰ ਖਤਰਾ ਹੋਇਆ ਇਹਨੇ ਰਿਐਕਟ ਕਰਨਾ ਹੈ। ਪਸ਼ੂ ਵੀ ਕਰਦੇ ਨੇ, ਪੰਛੀ ਵੀ ਕਰਦੇ ਨੇ, ਮਨੁੱਖ ਵੀ ਕਰਦੇ ਨੇ। ਜਦੋਂ ਉਹਦੀ ਹੋਂਦ ਨੂੰ ਖਤਰਾ ਪੈ ਗਿਆ ਉਹ ਤਲਵਾਰ ਚੁੱਕੇਗਾ, ਉਹ ਫਾਈਟ ਕਰੇਗਾ, ਲੜੇਗਾ ਆਪਣੀ ਹੋਂਦ ਲਈ। ਪਰ ਜੇ ਨਾਰਮਲ ਤੌਰ ਦੇ ਉੱਤੇ ਬਿਨਾਂ ਖਤਰੇ ਤੋਂ ਕੋਈ ਕਿਸੇ ਨੂੰ ਇਸ ਤਰ੍ਹਾਂ ਨੁਕਸਾਨ ਪਹੁੰਚਾਉਂਦਾ ਹੈ ਤਾਂ ਇਸ ਨੂੰ ਸਧਾਰਨਤਾ ਨਹੀਂ ਮੰਨਿਆ ਜਾਂਦਾ, ਇਸ ਨੂੰ ਰੋਗ ਮੰਨਿਆ ਜਾਂਦਾ। ਧਰਮ ਇਹਨੂੰ ਕਹਿੰਦਾ ਰੋਗੀ ਹੈ ਬੰਦਾ, ਇਹਦੇ ਅੰਦਰ ਕਿਸੇ ਵਿਕਾਰ ਦਾ, ਰੋਗ ਦਾ ਜ਼ੋਰ ਵੱਧ ਗਿਆ ਹੋਏਗਾ, ਹਉਮੈ ਦਾ ਵੱਧ ਗਿਆ ਹੋਏਗਾ, ਈਰਖਾ ਦਾ ਵੱਧ ਗਿਆ ਹੋਏਗਾ, ਨਫ਼ਰਤ ਦਾ ਵੱਧ ਗਿਆ ਹੋਏਗਾ, ਕ੍ਰੋਧ ਦਾ ਵੱਧ ਗਿਆ, ਕੋਈ ਵੀ ਰੀਜ਼ਨ ਹੋ ਸਕਦਾ। ਤਾਂ ਉੱਥੇ ਗੁਰਬਾਣੀ ਨੇ ਮੰਨਿਆ ਵੀ ਬੰਦਾ ਬਿਮਾਰ ਹੈ, ਸਿੱਖ ਹੈ।
ਆਤਮਿਕ ਤੌਰ ਤੇ, ਮਾਨਸਿਕ ਤੌਰ ਤੇ ਇਹ ਬਿਮਾਰ ਹੋਣ ਦੀਆਂ ਨਿਸ਼ਾਨੀਆਂ ਹਨ। ਪਰ ਸਾਡਾ ਬਹੁਤਾ ਧਿਆਨ ਜਿਹੜਾ ਉਹ ਸਰੀਰ ਤੱਕ ਸੀਮਤ, ਇਸ ਕਰਕੇ ਮਨ ਤੇ ਆਤਮਾ ਦੀ ਡਿਜ਼ੀਜ਼ ਜਿਹੜੀ ਹੈ, ਬਿਮਾਰੀ ਜਿਹੜੀ ਹੈ, ਉਹਦੇ ਪ੍ਰਤੀ ਅਸੀਂ ਬਹੁਤੇ ਅਵੇਅਰ ਨਹੀਂ ਹਾਂ। ਤੇ ਇਹਨਾਂ ਰੋਗਾਂ ਦਾ ਉਪਾਅ ਜਿਹੜਾ ਹੈ, ਦਾਰੂ ਜਿਹੜਾ ਹੈ, ਮੇਰੇ ਸਤਿਗੁਰੂ ਨੇ ਬਾਣੀ ਦੇ ਵਿੱਚ ਦੱਸਿਆ, ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ, 8 ਪਹਿਰਿਆ ਰਾਧੀ ਹੈ ਪੂਰਨ ਸਤਿਗੁਰੂ ਗਿਆਨ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜਮ ਕੀ ਫੰਦਾ। ਖੈਰ ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੈ ਸੱਚ ਬਿਨਾ। ਹੁਣ ਉਹ ਜਿਸ ਵੇਲੇ ਜੀਵ ਡਰਦੇ ਨੇ ਤੇ ਭੱਜਦੇ ਨੇ, ਪਰ ਬਗਲਾ ਜਿਹੜਾ ਉਹਨੂੰ ਪਤਾ ਹੈ ਵੀ ਇਹਨਾਂ ਦੇ ਪ੍ਰਤੀ ਆਪਣਾ ਵਿਸ਼ਵਾਸ ਬਣਾਉਣਾ ਬਹੁਤ ਜ਼ਰੂਰੀ। ਤੇ ਵਿਸ਼ਵਾਸ ਇਹ ਹੈ ਵੀ ਮੈਂ ਆਪਣੇ ਪੈਰ ਗੱਡ ਬਿਨਾਂ ਹਿੱਲ ਜੁਲ ਤੋਂ ਨਜ਼ਰ ਪੈਰਾਂ ਵਿੱਚ ਰੱਖਣੀ ਹੈ ਤੇ ਪੈਰ ਸਰੀਰ ਹਿੱਲਣ ਨਹੀਂ ਦੇਣ, ਤਾਂ ਕਿ ਨਾਰਮਲ ਰਹਿਣ, ਇਹਨਾਂ ਨੂੰ ਖਤਰੇ ਦਾ ਅਨੁਭਵ ਨਾ ਹੋਵੇ। ਖਤਰਾ ਹੈ ਪਰ ਉਹਨੂੰ ਮਹਿਸੂਸ ਨਹੀਂ ਹੋਣ ਦੇਣਾ ਵੀ ਤੈਨੂੰ ਖਤਰਾ। ਇਹ ਵੀ ਤਾਂ ਕਲਾ ਹੈ ਨਾ ਇੱਕ ਸੰਸਾਰ 'ਚ, ਵੀ ਤੁਸੀਂ ਕਿਸੇ ਲਈ ਖਤਰਾ ਬਣ ਜਾਓ ਪਰ ਉਹਨੂੰ ਮਹਿਸੂਸ ਨਾ ਹੋਣ ਦਿਓ ਵੀ ਤੈਨੂੰ ਮੇਰੇ ਕੋਲੋਂ ਖਤਰਾ ਹੈ। ਤੇ ਡੰਗ ਤੁਸੀਂ ਲਾਉਣਾ ਹੀ ਲਾਉਣਾ, ਪਰ ਇਹ ਮਹਿਸੂਸ ਨਹੀਂ ਹੋਣ ਦੇਣਾ ਵੀ ਖਤਰਾ ਹੈ। ਇਹਨੂੰ ਬੌਧਿਕ ਚਤੁਰਾਈ ਕਿਹਾ ਜਾਂਦਾ। ਇਹਨੂੰ ਕਹਿੰਦੇ ਅਸੀਂ ਚਤੁਰਾਈ, ਚਲਾਕੀ, ਚੁਸਤੀ। ਤੋ ਉਹ ਚਲਾਕੀ ਕਰਦਾ ਇੱਕ ਤਰ੍ਹਾਂ ਦੇ ਨਾਲ ਵੀ ਉਹਨੇ ਮਾਰਨੀ ਝਪਟ ਹੈ, ਖੇਡਣਾ ਸ਼ਿਕਾਰ ਹੈ, ਪਰ ਮਹਿਸੂਸ ਨਹੀਂ ਹੋਣ ਦੇਣਾ। ਫਿਰ ਕੀ ਕਰਦਾ, ਜਦੋਂ ਦੀ ਰੇਂਜ ਵਿੱਚ ਉਹਨੂੰ ਲੱਗਦਾ ਵੀ ਹੁਣ ਮੈਂ ਸੌਖਿਆਂ ਨੂੰ ਨਿਗਲ ਸਕਦਾ, ਜੀਵ ਉਹਦੀ ਰੇਂਜ 'ਚ ਆਉਂਦਾ ਤੇ ਉਹ ਇੱਕਦਮ ਆਪਣੀ ਚੁੰਝ ਨਾਲ ਉਹਨੂੰ ਛੋਟਾ ਜਿਹਾ ਡੱਡੀ ਮੱਛੀ ਹੋਵੇ ਜਾਂ ਇਸ ਤਰ੍ਹਾਂ ਦੀਆਂ ਕੋਈ ਛੋਟੇ ਜਿਹੜੇ ਪਾਣੀ ਜੀਵ ਨੇ, ਉਹਨਾਂ ਨੂੰ ਉਸੇ ਵੇਲੇ ਹੀ ਨਿਗਲ ਜਾਂਦਾ, ਖਾ ਲੈਂਦਾ। ਹੁਣ ਤੁਸੀਂ ਉਹਦੇ ਕਰੈਕਟਰ ਤੋਂ ਅੰਦਾਜ਼ਾ ਲਾ ਲਿਆ ਹੋਵੇਗਾ ਇੰਨੀ ਉਦਾਹਰਣ ਤੋਂ ਵੀ ਇੱਕ ਬਗਲੇ ਦਾ ਕਰੈਕਟਰ ਕੀ ਹੈ। ਮਹਾਰਾਜ ਕੋਈ ਬਗਲੇ ਦੀ ਖੋਜ ਪੜਤਾਲ ਸਮਝਾ ਰਹੇ ਹਨ? ਨਹੀਂ, ਬੰਦੇ ਨੂੰ ਦੱਸ ਰਹੇ ਹਨ। ਜਗਤ ਦਰਿਆ ਦੇ ਕੰਢੇ ਦੇ ਉੱਤੇ, ਹੇ ਮਨੁੱਖ ਤੂੰ ਬਗਲਾ ਹੈ, ਜੇ ਤੇਰੇ ਅੰਦਰ ਵੀ ਇਹ ਭਾਵਨਾ, ਤੂੰ ਬੌਧਿਕ ਚਲਾਕੀਆਂ ਦਾ ਸ਼ਿਕਾਰ ਹੈ ਨਾ, ਜੇ ਤੇਰੇ ਅੰਦਰ ਹਮੇਸ਼ਾ ਦੂਜੇ ਨੂੰ ਧੋਖਾ ਦੇ ਕੇ ਆਪਣੀ ਮਤਲਬ ਪ੍ਰਸਤੀ ਸਿੱਧ ਕਰਨ ਦੀ ਭਾਵਨਾ ਹੈ, ਤਾਂ ਤੂੰ ਉਸ ਬਗਲੇ ਵਾਂਗ ਹੈ। ਬਗਲਾ ਅਹਿੱਲ ਹੋ ਕੇ ਸਮਾਧੀ ਜਿਹੀ ਲਾ ਕੇ ਬਹਿ ਜਾਂਦਾ ਹੈ। ਜੇ ਤੂੰ ਇਸ ਤਰ੍ਹਾਂ ਦਾ ਹੈ ਤਾਂ ਤੂੰ ਵੀ ਪਖੰਡੀ ਹੈ, ਤੂੰ ਦੰਭੀ ਹੈ। ਤੂੰ ਚਾਹੁੰਦਾ ਆਪਣੀ ਮੌਜ ਮਸਤੀ, ਪਰ ਉਹਨੂੰ ਦੰਭ, ਪਖੰਡ, ਇਹ ਸਾਰੀਆਂ ਕਾਰਵਾਈਆਂ ਕਰਕੇ ਉਹਨੂੰ ਢੱਕ ਲੈਣਾ, ਤੂੰ ਉਹ ਪਰਦਾਪੋਸ਼ੀ ਕਰਦਾ। ਤੋ ਇਸ ਕਰੈਕਟਰ ਦੀ ਗੱਲ ਕੀਤੀ ਹੈ। ਜੀਵ ਬਗਲੇ ਦੀ ਨਿਆਈ ਸੰਸਾਰ ਦਰਿਆ ਦੇ ਕੰਢੇ ਦੇ ਉੱਤੇ ਬੈਠਾ ਹੋਇਆ ਕੀਲ ਮੌਜ ਕਰ ਰਿਹਾ। ਤੇ ਇਹਦੀ ਮੌਜ ਕੀ ਹੈ? ਇਹ ਨਹੀਂ ਕਿਹਾ ਵੀ ਤੂੰ ਖਾ ਰਿਹਾ, ਤੂੰ ਚੰਗਾ ਪਹਿਨ, ਵੀ ਇਹ ਮੌਜ ਆ। ਆਪਾਂ ਆਮ ਤੌਰ ਤੇ ਕਹਿੰਦੇ ਆ ਚੰਗਾ ਖਾ ਰਿਹਾ ਬੰਦਾ, ਮੌਜਾਂ ਕਰ ਰਿਹਾ। ਜੇ ਉਹ ਆਪਣੀ ਮਿਹਨਤ ਨਾਲ ਕਮਾਉਂਦਾ ਤੇ ਖਾਣ ਦੀ ਪ੍ਰੋਬਲਮ ਕੀ ਹੈ? ਰੋਟੀ ਥੋੜਾ ਛਡਾ ਦੇਣੀ ਹੈ। ਧਰਮ ਇਹ ਥੋੜੀ ਕਹਿੰਦਾ ਵੀ ਕਿਸੇ ਨੂੰ ਚੰਗਾ ਖਾਣ ਨੂੰ ਨਾ ਮਿਲੇ, ਚੰਗਾ ਪਹਿਨਣ ਨੂੰ ਨਾ ਮਿਲੇ, ਰਹਿਣ ਨੂੰ ਨਾ ਮਿਲੇ, ਸਾਧਨ ਨਾ ਮਿਲੇ। ਮੈਂ ਕਈ ਵਾਰ ਉਦਾਹਰਨ ਦਿੱਤੀ, ਮਹਾਰਾਜ ਨੇ ਪਹਿਲੇ ਸ਼ਬਦ ਵਿੱਚ ਹੀ ਬਾਕਮਾਲ ਆਪਣਾ ਪੱਖ ਸਾਫ਼ ਕਰ ਦਿੱਤਾ। ਸ੍ਰੀ ਰਾਗ ਦਾ ਪਹਿਲਾ ਸ਼ਬਦ ਕਦੇ ਗੌਰ ਨਾਲ ਪੜ੍ਹੀਏ। ਬਾਕਮਾਲ ਸ਼ਬਦਾਵਲੀ ਹਜ਼ੂਰ ਨੇ ਵਰਤੀ ਹੈ। ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਹੇ ਜੜਾਓ, ਕਸਤੂਰ ਕੁੰਗੂ ਅਗਰ ਚੰਦਨ, ਲੀ ਪਿਆਵੈ ਚਾਓ, ਮਤ ਦੇਖ ਭੂਲਾਂ ਵਿਸਰੈ ਤੇਰਾ ਚੇਤਨਾ। ਚੇਤਾ ਇਹ ਕਰਾਏ, ਮਤ ਦੇਖ ਭੂਲਾਂ ਵਿਸਰੈ। ਆਹ ਨੁਕਤਾ ਯਾਦ ਰੱਖੀ। ਮੋਤੀਆਂ ਦੇ ਮਹਿਲ ਵੀ ਕੋਈ ਪ੍ਰੋਬਲਮ ਤੇ ਨਹੀਂ। ਖੈਰ, ਸਤਿਗੁਰੂ ਮਹਾਰਾਜ ਨੂੰ ਸਾਰੇ ਸ਼ਬਦ ਦੇ 4 ਬੰਦ ਨੇ, ਉਹ 4 ਬੰਦਾਂ ਦੇ ਵਿੱਚ ਹੀ ਬਾਕਮਾਲ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਔਰ ਹਰ ਜਗ੍ਹਾ ਦੇ ਉੱਤੇ ਇਸ ਗੱਲ ਨੂੰ ਕੋਡ ਕੀਤਾ ਹੈ, ਮਤ ਦੇਖ ਭੂਲਾਂ ਵਿਸਰੈ ਤੇਰਾ ਚੇਤਨਾ। ਵੀ ਤ੍ਰਿਸ਼ਨਾ ਦੀ ਅੱਗ ਵਿੱਚ ਨਾ ਸੜਦਾ ਰਹੀਂ। ਉਹ ਚੀਜ਼ ਜਿਹੜੀ ਤੂੰ ਆਪਣੀ ਮਿਹਨਤ ਨਾਲ ਕਮਾਈ ਹੈ, ਆਪਣੀ ਮਸ਼ੱਕਤ ਨਾਲ ਹਾਸਲ ਕੀਤੀ ਹੈ, ਤੂੰ ਧਰਮ ਦੀ ਕਿਰਤ ਕਰਕੇ ਬਣਾਇਆ ਹੈ, ਉਹਨੂੰ ਇੰਜੋਏ ਜ਼ਰੂਰ ਕਰ। ਇਹ ਨਾ ਹੋਵੇ ਤੂੰ ਮਿਹਨਤ ਕਰਕੇ ਵੱਡਾ ਘਰ ਬਣਾਏ, ਲਾਗੇ ਕੋਈ ਵੱਡਾ ਬਣਾ ਲਿਆ ਤਾਂ ਤੂੰ ਡਿਸਟਰਬ ਹੋ ਜਾਏ, ਫਿਰ ਤਾਂ ਤੇਰੀ ਮਿਹਨਤ ਦਾ ਕੋਈ ਅਰਥ ਨਹੀਂ ਨਾ ਨਿਕਲਿਆ। ਤੇ ਸਾਡੀ ਬਹੁਤਿਆਂ ਦੀ ਪ੍ਰੋਬਲਮ ਜਿਹੜੀ ਆ, ਉਹ ਜ਼ਿੰਦਗੀ ਨੂੰ ਮਾਨਣਾ ਘੱਟ ਹੈ, ਦੂਜੇ ਨੂੰ ਜਾਣਨਾ ਜ਼ਿਆਦਾ ਹੈ ਵੀ ਦੂਜਾ ਕਿੱਥੇ ਖੜਾ ਹੈ, ਫਿਰ ਉਹਦੇ ਨਾਲ ਕੰਪੀਟੀਸ਼ਨ ਕਰਾਂਗੇ।
ਨਾ ਉਹਨੇ ਕਿਤੇ ਪਹੁੰਚਣਾ ਹੁੰਦਾ, ਨਾ ਅਸੀਂ ਕਿਤੇ ਪਹੁੰਚਣਾ ਹੁੰਦਾ। ਉਹ ਵੀ ਕਿਸੇ ਨਾਲ ਦੌੜ ਰਿਹਾ ਤੇ ਅਸੀਂ ਉਹਦੇ ਨਾਲ ਦੌੜਨ ਲੱਗ ਜਾਂਦੇ। ਸਾਰੇ ਦੌੜ ਹੀ ਰਹੇ ਔਰ ਦੌੜ ਇੱਕ ਦੂਜੇ ਵੱਲ ਵੇਖ ਕੇ ਰਹੇ। ਵੈਸੇ ਫਿਰ ਚੇਤਾ ਹੀ ਭੁੱਲ ਜਾਂਦਾ ਵੀ ਮੈਂ ਤਾਂ ਤੁਰਿਆ ਹੀ ਇਸ ਕਰਕੇ ਸਾਂ ਵੀ ਮੈਂ ਮਾਣ ਸਕਾਂ, ਮੈਂ ਜ਼ਿੰਦਗੀ ਨੂੰ ਥੋੜ੍ਹਾਂ ਤੋਂ ਰਹਿਤ ਕਰਕੇ, ਸਹੂਲਤਾਂ ਇਕੱਠੀਆਂ ਕਰਕੇ ਜ਼ਿੰਦਗੀ ਨੂੰ ਮਾਣ ਸਕਾਂ। ਪਰ ਉਹ ਪਲ ਆਏ ਕਦੋਂ? ਉਹ ਵਕਤ ਆਇਆ ਜੀਵਨ 'ਚ? ਨਹੀਂ ਆਇਆ। ਮੈਨੂੰ ਲੱਗਿਆ ਮੈਂ ਇਸ ਬੰਦੇ ਨਾਲ ਦੌੜ ਰਿਹਾ, ਉਹ ਗਾਂਹ ਕਿਸੇ ਵੱਲ ਵੇਖ ਕੇ ਦੌੜ ਰਿਹਾ, ਉਹ ਅਗਲਾ ਗਾਂਹ ਕਿਸੇ ਵੱਲ ਵੇਖ ਕੇ ਦੌੜ ਰਿਹਾ। ਅਸੀਂ ਸਾਰੇ ਇਸ ਤਰ੍ਹਾਂ ਹੀ ਕਰ ਰਹੇ ਹਾਂ। ਇਹ ਉਹ ਮੈਰਾਥਨ ਹੈ ਜਿਹੜੀ ਮੁੱਕਦੀ ਨਹੀਂ, ਰੈਗੂਲਰ ਚੱਲੀ ਜਾਂਦੀ ਹੈ। ਏਮ ਹੀ ਕੋਈ ਨਹੀਂ, ਪਤਾ ਹੀ ਨਹੀਂ ਵੀ ਜਾਣਾ ਕਿੱਥੋਂ ਤੱਕ ਦੌੜ ਕੇ ਜਾਣਾ ਹੈ। ਸਾਹ ਨਿਕਲ ਦੇਣ ਤੇ ਦੌੜ ਮੁੱਕਦੀ ਹੈ, ਮਗਰਲਾ ਪੂਰ ਫਿਰ ਤਿਆਰ ਹੁੰਦਾ। ਤੋ ਇੱਥੇ ਬਾਬਾ ਫਰੀਦ ਸਾਹਿਬ ਕੀ ਫਰਮਾਉਣਾ ਚਾਹੁੰਦੇ ਨੇ? ਇੱਥੇ ਬਗਲੇ ਦੀ ਨਿਆਈ ਜਿਹੜੀਆਂ ਕੇਲਾਂ ਅਸੀਂ ਕਰਦੇ ਹਾਂ, ਬਗਲੇ ਦੀ ਨਿਆਈ, ਪਖੰਡ ਤੇ ਦੰਭ ਦੀਆਂ ਮੌਜ ਮਸਤੀਆਂ ਵਿੱਚ ਗ੍ਰਸਤਾਂ, ਦੂਜੇ ਨੂੰ ਸ਼ਿਕਾਰ ਕਰਦੇ ਹਾਂ, ਪਰਾਇਆ ਹੱਕ ਮਾਰਦੇ ਹਾਂ, ਧੋਖਾ ਧੜੀਆਂ, ਜ਼ਾਲ ਸਾਜੀਆਂ, ਜਿਸ ਨੂੰ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਆਸਾ ਦੀ ਵਾਰ ਵਿੱਚ ਕੋਡ ਕੀਤਾ ਹੈ, ਜਿਸ ਵਿੱਚ ਸ਼੍ਰੀ ਹਜ਼ੂਰ ਕਹਿੰਦੇ ਨੇ ਕਿ ਮਨੁੱਖ ਆਪਣੇ ਜੀਵਨ ਦੇ ਵਿੱਚ ਜੇ ਬਾਹਰੀ ਤੌਰ ਉੱਤੇ ਜੋ ਮਰਜ਼ੀ ਵਿਖਾਵਾ ਕਰਦਾ ਫਿਰੇ, ਪਰ ਜੇ ਉਹਦੇ ਅੰਦਰ ਠੱਗੀਆਂ ਤੇ ਪਹਿਨਾਮੀਆਂ ਦਾ ਜ਼ੋਰ ਹੈ ਨਾ, ਠੱਗੀਆਂ ਤੇ ਪਹਿਨਾਮੀਆਂ ਦਾ ਜ਼ੋਰ ਹੈ, ਤੇ ਉਹ ਨਾ ਨੇਕ ਹੈ, ਨਾ ਧਰਮੀ ਹੈ, ਨਾ ਰੱਬ ਵਾਲਾ ਹੈ। ਤੋ ਇੱਥੇ ਸਤਿਗੁਰੂ ਮਹਾਰਾਜ ਲੱਖ ਚੋਰੀਆਂ, ਲੱਖ ਜਾਰੀਆਂ, ਲੱਖ ਕੂੜੀਆਂ, ਲੱਖ ਗਾਲ, ਲੱਖ ਠੱਗੀਆਂ ਪਹਿਨਾਮੀਆਂ, ਰਾਤ ਦਿਨਸ ਜੀ ਨਾਲ। ਇੱਥੇ ਇਸ ਮੌਜ ਮਸਤੀ ਦੀ ਗੱਲ ਮਹਾਰਾਜ, ਕਿਉਂਕਿ ਬਗਲੇ ਦੀ ਉਦਾਹਰਣ ਹੀ ਜਦੋਂ ਦਿੱਤੀ ਤੇ ਇਹਦਾ ਮਤਲਬ ਸਤਿਗੁਰੂ ਇੱਕ ਖਾਸ ਕਰੈਕਟਰ ਦੀ ਨਿਸ਼ਾਨਦੇਹੀ ਕਰਕੇ ਇੱਕ ਖਾਸ ਕਰੈਕਟਰ ਵੱਲ ਸਾਡਾ ਧਿਆਨ ਦਿਵਾ ਰਹੇ ਨੇ ਵੀ ਐਸੀਆਂ ਜੇ ਤੂੰ ਮੌਜ ਮਸਤੀਆਂ ਵਿੱਚ ਗਲਤਾਨ ਹੈ, ਇਹਦੇ ਚੋਂ ਜੇ ਤੈਨੂੰ ਸਵਾਦ ਤੇ ਚਸਕਾ ਆਉਣ ਲੱਗ ਪਿਆ, ਤੂੰ ਇਹਨਾਂ ਦਾ ਰਸ ਲੈਣ, ਇਹ ਹੁੰਦਾ ਤੇ ਰਸ ਹੀ ਹੈ, ਵੈਸੇ ਸਟੈਂਡਰਡ ਸੈੱਟ ਹੋ ਜਾਂਦਾ ਲਾਈਫ ਦਾ, ਇਹਨੂੰ ਕਹਿ ਲਓ। ਹੁਣ ਬੰਦਾ ਨਾ ਕਿਸੇ ਮਨੁੱਖ ਨਾਲ ਜੇ ਨਫ਼ਰਤ ਕਰਨ ਦੀ ਸਿੱਖ ਜਾਵੇ ਨਾ, ਪ੍ਰੈਕਟਿਸ ਕਰ ਲੈ, ਫਿਰ ਉਹਨੂੰ ਆਰਾਮ ਨਹੀਂ ਮਿਲਦਾ ਜਿੰਨਾ ਚਿਰ ਐਵੇਂ ਕਰ ਨਾ ਲੈ। ਚੁਗਲੀ ਕਰਨ ਦੀ ਆਦਤ ਪਲ ਜੇ ਨਾ ਕਰੋ ਤੇ ਐਵੇਂ ਲੱਗਦਾ ਵੀ ਅੱਜ ਤਾਂ ਫਿੱਕਾ ਰਿਹਾ ਸਾਰਾ ਦਿਨ, ਕੋਈ ਗੱਲ ਨਹੀਂ ਬਣੀ। ਉਹ ਤੁਹਾਡਾ ਸਟੈਂਡਰਡ ਸੈੱਟ ਹੋ ਗਿਆ, ਹਰ ਚੀਜ਼ ਦਾ ਤੁਹਾਡਾ ਸਟੈਂਡਰਡ ਸੈੱਟ ਹੋ ਜਾਂਦਾ। ਉਸ ਰੇਸ਼ੋ ਤੱਕ ਬੰਦਾ ਪਹੁੰਚਦਾ ਹੀ ਪਹੁੰਚਦਾ। ਇੱਕ ਨਸ਼ਾ ਹੈ, ਇੱਕ ਸਵਾਦ ਹੈ, ਇੱਕ ਚਸਕਾ ਹੈ। ਤੋ ਇਸ ਵਾਸਤੇ ਮਹਾਰਾਜ ਨੇ ਇੱਥੇ ਫਰਮਾਇਆ, ਕਹਿਣ ਲੱਗੇ ਕੇਲ ਕਰਿੰਦੇ ਹੰਝ ਨੂੰ ਅਚਿੰਤੇ ਬਾਜ ਪਏ। ਇੱਥੇ ਹੰਝ ਸ਼ਬਦ ਜਿਹੜਾ ਨਾ, ਵੈਸੇ ਪੰਜਾਬੀ ਵਿੱਚ ਹੰਸ ਨੂੰ ਹੰਝ ਕਹਿੰਦੇ ਨੇ, ਤੇ ਮੈਂ ਇੱਕ ਕੋਸ਼ ਪੜ੍ਹ ਰਿਹਾ ਸਾਂ, ਡਿਕਸ਼ਨਰੀ, ਉਹਦੇ ਵਿੱਚ ਜ਼ਿਕਰ ਹੈ ਵੀ ਪੇਂਡੂ ਪੰਜਾਬੀ ਦੇ ਵਿੱਚ, ਪੁਰਾਣੀ ਪੰਜਾਬੀ ਦੇ ਵਿੱਚ ਨਾ, ਜਿੰਨੇ ਵੀ ਚਿੱਟੇ ਜਿਹੇ ਇਹੋ ਜਿਹੇ ਪੰਛੀ ਜਨੌਰ ਹੁੰਦੇ ਨੇ, ਉਹਨਾਂ ਨੂੰ ਹੰਸ ਵਰਗੇ ਹੰਝ ਕਹਿ ਕੇ, ਹੰਸ ਨੂੰ ਹੰਝ, ਤੇ ਹੰਝ ਤੋਂ ਭਾਵ ਉੱਥੇ ਇਕੱਲਾ ਹੰਸ ਨਹੀਂ ਹੈ, ਬਗਲੇ ਨੂੰ ਵੀ ਹੰਝ ਹੀ ਕਹਿ ਦਿੱਤਾ ਜਾਂਦਾ। ਪੇਂਡੂ ਬੋਲੀ ਦੀ ਸ਼ਬਦ ਨੂੰ ਵੇਖੋ, ਬਾਣੀ ਦੇ ਵਿੱਚ ਚਿੱਕੜ ਨੂੰ ਕੀਚੜ, ਆਪਾਂ ਕਹਿੰਦੇ ਚਿੱਕੜ, ਬਾਣੀ ਦੇ ਵਿੱਚ ਉਹਨੂੰ ਕਿਹਾ ਕੀਚੜ। ਹੁਣ ਆਮ ਆਪਾਂ ਕਹਿੰਦੇ, ਹੁਣ ਜਦੋਂ ਇਸਲਾਮ ਦੇ ਧਾਰਮਿਕ ਪੁਜਾਰੀ ਦਾ ਨਾਂ ਆਏਗਾ ਤੇ ਉੱਥੇ ਆਏਗਾ ਕਾਜ਼ੀ, ਉਰਦੂ ਵਾਲੇ ਬੋਲਣਗੇ ਕਾਜ਼ੀ, ਜਿੱਜੇ ਪੈਰ ਬਿੰਦੀ ਆਪਾਂ ਇਹਨੂੰ ਲਾਉਂਦੇ ਹਾਂ, ਜਿਵੇਂ ਜੰਜ਼ੀਰ, ਤੇ ਉਹ ਕਾਜ਼ੀ ਬੋਲਣ, ਕਾਜ਼ੀ। ਆਪਾਂ ਨੂੰ ਸਿੱਧੇ ਸ਼ਬਦਾਂ ਬੋਲਣ ਕਾਜੀ, ਕਿਉਂਕਿ ਸਾਡੀ ਬੋਲੀ ਹਰ ਇੱਕ ਬੋਲੀ ਦਾ ਆਪਣਾ ਉਚਾਰਨ, ਅਸੀਂ ਉਹਨੂੰ ਕਾਜੀ ਕਹਿੰਦੇ ਹਾਂ, ਕਿਉਂਕਿ ਜਿਹੜੇ ਪੈਰ ਬਿੰਦੀ ਵਾਲੇ ਸ਼ਬਦ ਨੇ ਬਾਅਦ ਚ ਐਡ ਹੋਏ। ਦੂਜੀ ਭਾਸ਼ਾ 'ਚ ਜਦੋਂ ਸ਼ਬਦ ਸਾਡੇ 'ਚ ਆਉਣੇ ਸਨ ਤੇ ਉਹਨਾਂ ਦਾ ਉਚਾਰਨ ਅਸੀਂ ਸਮਝ ਸਕੀਏ, ਇਸ ਕਰਕੇ ਮਗਰੋਂ ਐਡ ਕੀਤਾ। ਉਹ ਫਿਰ ਅਸੀਂ ਕਾਜ਼ੀ ਨੂੰ ਕਾਜੀ ਬੋਲਦੇ। ਤੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹੋ ਕਾਦੀ, ਦੱਦੇ ਨਾਲ ਕਾਦੀ। ਇਹਦਾ ਭਾਵ ਹੈ ਵੀ ਕਾਜ਼ੀ ਦਾ ਉਚਾਰਨ ਆਮ ਬੋਲੀ ਦੇ ਵਿੱਚ ਸਾਡੀ 'ਚ ਕਾਦੀ ਵੀ ਹੈ। ਹੋਰ ਵੇਖੋ, ਇੱਕ ਉਦਾਹਰਨ ਹੋਰ ਦੇਣਾ, ਆਪਾਂ ਬੋਲਦੇ ਹਾਂ ਕਾਗਜ਼, ਪੇਪਰ ਨੂੰ ਕਾਗਜ਼, ਤੇ ਬਿਲਕੁਲ ਟੈਕਨੀਕਲੀ ਜਦੋਂ ਬੋਲੇ ਕਾਗਜ਼, ਜਿੱਜੇ ਪੈਰ ਬਿੰਦੀ ਵਾਲਾ। ਗੁਰੂ ਗ੍ਰੰਥ ਸਾਹਿਬ 'ਚ ਤਿੰਨ ਤਰੀਕਿਆਂ ਨਾਲ ਲਿਖਿਆ, ਕਾਗਜ਼, ਕਾਗਦ ਤੇ ਕਾਗਲ।
ਕਾਗਲ ਕੱਢ ਕਾਗਲ ਦੱਸੇ ਰਾਹ। ਹੁਣ ਇਹਦਾ ਮਤਲਬ ਜੋ ਲੋਕ ਬੋਲੀ ਵਿੱਚ ਸਤਿਗੁਰੂ ਨੇ ਵੇਖਿਆ ਵੀ ਲੋਕ ਬੋਲੀ 'ਚ ਲੋਕ ਕਾਗਦ ਵੀ ਬੋਲਦੇ ਨੇ, ਕਾਗਲ ਵੀ ਬੋਲਦੇ ਨੇ, ਕਾਗਜ਼ ਵੀ ਬੋਲਦੇ ਨੇ। ਉਹ ਜਿਹੜਾ ਕਾਗਦ ਕਾਗਲ ਹੈ, ਲੋਕ ਬੋਲੀ ਦਾ ਸ਼ਬਦ ਮਹਾਰਾਜ ਨੇ ਆਪਣੀ ਬੋਲੀ ਵਿੱਚ ਵਰਤਿਆ। ਸਧਾਰਨ ਸਧਾਰਨ ਤਰੀਕਾ ਸਤਿਗੁਰੂ ਨੇ ਚੁਣਿਆ। ਹੁਣ ਆਮ ਸਧਾਰਨ ਪੰਜਾਬੀ ਬੋਲੀ ਵਿੱਚ ਚਿੱਟੇ ਹੰਸ ਵਰਗੇ ਬਗਲੇ ਨੂੰ ਵੀ ਹੰਝ ਕਹਿ ਦਿੱਤਾ। ਹੋਰ ਵੀ ਬੜੇ ਚਿੱਟੇ ਪੰਛੀ, ਉਹਨਾਂ ਨੂੰ ਵੀ ਹੰਝ ਸ਼ਬਦ ਨਾਲ ਹੀ ਸੰਬੋਧਨ ਹੋਇਆ ਜਾਂਦਾ। ਹੰਝ ਇਹਦਾ ਮਤਲਬ ਨਾ ਹੰਸ ਵਰਗਾ ਚਿੱਟਾ, ਤੇ ਭਾਵ ਉੱਥੇ ਹੁੰਦਾ ਬਗਲਾ। ਹੰਸ ਜਾਂ ਬਗਲਾ ਜਾਂ ਹੋਰ ਐਸਾ ਕੋਈ ਚਿੱਟਾ ਜਨੌਰ ਪੰਛੀ ਹੋਵੇ, ਉਹਨੂੰ ਕਹਿ ਦਿੱਤਾ ਜਾਂਦਾ ਹੈ ਜੀਵ ਨੂੰ ਵੀ ਹੰਝ। ਤੇ ਇੱਥੇ ਹੰਝ ਸ਼ਬਦ ਹੰਸ ਵਾਸਤੇ ਨਹੀਂ ਹੈ। ਡਿਕਸ਼ਨਰੀ ਵਿੱਚ ਲਿਖਿਆ ਗਿਆ ਵੀ ਹੰਝ ਸ਼ਬਦ ਇੱਥੇ ਬਗਲੇ ਵਾਸਤੇ ਹੀ ਪੁਰਾਣੀ ਪੰਜਾਬੀ ਦੀ ਰੀਤ ਮੁਤਾਬਕ ਵਰਤੇ। ਬਾਬਾ ਫਰੀਦ ਸਾਹਿਬ ਬੜੀ ਪੰਜਾਬੀ ਠੇਠ ਵਰਤਦੇ ਨੇ ਆਪਣੀ ਬਾਣੀ 'ਚ। ਤਾਂ ਉਹ ਫਰਮਾਉਂਦੇ ਹਨ, ਕੇਲ ਕਰੇਂਦੇ ਹੰਝ ਨੂੰ, ਉਸ ਚਿੱਟੇ ਬਗਲੇ ਨੂੰ ਕੇਲ ਕਰਦਿਆਂ ਹੋਇਆਂ ਨੂੰ ਖੁਦ ਨੂੰ ਪਤਾ ਨਹੀਂ ਲੱਗਦਾ ਤੇ ਬਾਜ਼ ਉਤੋਂ ਦੀ ਲੰਘਦਾ ਹੈ। ਬਾਜ਼ ਦੀ ਨਜ਼ਰ ਬੜੀ ਤਿੱਖੀ ਹੁੰਦੀ, ਉਚਾਈ ਤੇ ਜਾਂਦਾ ਵੀ ਜ਼ਮੀਨ ਤੇ ਰੇਂਗਦੇ ਹੋਏ ਜੀਵ ਨੂੰ, ਸੱਪ ਨੂੰ ਵੇਖ ਕੇ, ਤੇ ਉਹਨੂੰ ਬਹੁਤਾ ਲੰਬਾ ਚੌੜਾ ਥੱਲੇ ਬਹਿ ਕੇ ਤੇ ਉਹਦੇ ਮਗਰ ਨਹੀਂ ਭੱਜਣਾ ਪੈਂਦਾ। ਉਹ ਉੱਡਦਾ ਉੱਡਦਾ ਥੱਲੇ ਨੂੰ ਆਉਂਦਾ ਤੇ ਆਪਣੀ ਬੜੀ ਤੇਜ਼ ਧਾਰ ਤਿੱਖੀ ਚੁੰਝ, ਉਹਦੇ ਪੰਜੇ ਬੜੇ ਤਿੱਖੇ ਨੇ। ਇਸੇ ਵਾਸਤੇ ਜਿਹਨਾਂ ਲੋਕਾਂ ਨੂੰ ਬਾਜ਼ ਰੱਖਣ ਦਾ ਸ਼ੌਂਕ ਹੈ, ਉਹ ਆਪਣੇ ਹੱਥ ਤੇ ਗਲਵਜ਼ ਚੜਾਉਂਦੇ, ਚਮੜੇ ਦਾ ਕੋਈ ਨਾ ਕੋਈ ਜਾਂ ਇਸ ਤਰ੍ਹਾਂ ਦਾ ਆਪਣੇ ਹੱਥ ਦੇ ਉੱਤੇ ਇੱਕ ਦਸਤਾਨਾ ਪਹਿਨ ਕੇ ਉਹਦੇ ਉੱਤੇ ਉਹਨੂੰ ਬਾਜ਼ ਨੂੰ, ਕਿਉਂਕਿ ਉਹਦੇ ਜਿਹੜੇ ਪੈਰ ਨੇ, ਜਿਹੜੇ ਉਹਦੇ ਨਾਖੂਨ 9 ਬੜੇ ਤੇਜ਼ ਨੇ ਤੇ ਤੁਹਾਨੂੰ ਜ਼ਖਮੀ ਕਰ ਸਕਦੇ ਨੇ। ਇਸ ਵਾਸਤੇ ਉਹਨੂੰ ਦਸਤਾਨਾ। ਔਰ ਚੇਤੇ 'ਚ ਰੱਖਣਾ, ਬਾਜ਼ ਮੂੰਗੀ ਨਹੀਂ ਜੇ ਖਾਂਦਾ, ਮਾਸ ਖਾਂਦਾ ਜੀ। ਬਾਜ਼ ਦੀ ਆਪਣੀ ਖੁਰਾਕ ਹੈ। ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਅਸੀਂ ਬਾਜ਼ਾਂ ਵਾਲੀ ਸਰਕਾਰ ਆਖਦੇ। ਤੇ ਮੈਂ ਮਹਾਰਾਜ ਦੇ ਜੀਵਨ ਦੀ ਇਹ ਸਾਖੀ ਪੜ੍ਹੀ ਹੈ ਵੀ ਪਾਤਸ਼ਾਹ ਜਿਸ ਵੇਲੇ ਨਰਾਇਣੇ ਜਾਂਦੇ, ਨਰਾਇਣੇ ਰਾਜਸਥਾਨ ਦੇ ਵਿੱਚ, ਜਿੱਥੇ ਦਾਦੂ ਪੰਥੀਆਂ ਦਾ ਦੁਆਰਾ ਹੈ, ਤੇ ਉਹਨੇ ਸਤਿਗੁਰੂ ਮਹਾਰਾਜ ਦੇ ਉੱਤੇ ਇਹ ਆਬਜੈਕਸ਼ਨ, ਇੱਕ ਪ੍ਰਸ਼ਨ ਕੀਤਾ। ਆਖਿਆ, ਤੁਸੀਂ ਫਕੀਰ ਹੋ, ਰੱਬ ਦੇ ਬੰਦੇ ਹੋ, ਤੁਸੀਂ ਬਾਜ਼ ਨੂੰ ਮਾਸ ਖਵਾਉਂਦੇ ਹੋ। ਇਹ ਸਾਡੇ ਇਤਿਹਾਸ ਦੀ ਸਾਖੀਆਂ 'ਚ ਲਿਖਿਆ। ਤੇ ਸਤਿਗੁਰੂ ਨੇ ਉੱਥੇ ਉਹਦਾ ਭਰਮ ਦੂਰ ਕੀਤਾ। ਖੈਰ, ਮੈਂ ਇਸ ਪਾਸੇ ਨਾ ਜਾਵਾਂ, ਆਪਣਾ ਟੌਪਿਕ ਬਿਖਰ ਜਾਏਗਾ। ਬਾਜ਼ ਆਪਣੇ ਪੰਜਿਆਂ ਦੇ ਨਾਲ ਜ਼ਮੀਨ ਤੇ ਰੀਂਗਦੇ ਹੋਏ ਸੱਪ ਨੂੰ ਚੁੱਕ ਲੈਂਦਾ ਤੇ ਆਪਣੀ ਤਿੱਖੀ ਧਾਰ ਚੁੰਝ ਨਾਲ ਖਾ ਲੈ। ਉਹਦੀ ਪ੍ਰਵਾਜ਼ ਵੀ ਬੜੀ ਉੱਚੀ ਹੈ ਤੇ ਨਜ਼ਰ ਵੀ ਬੜੀ। ਇਸ ਕਰਕੇ ਆਪਾਂ ਆਮ ਸਧਾਰਨ ਕੋਈ ਬੰਦਾ ਬਹੁਤ ਦੂਰ ਦ੍ਰਿਸ਼ਟੀ ਹੋਵੇ, ਬਹੁਤਾ ਧਿਆਨ ਰੱਖਣਾ, ਆਪਾਂ ਕਹਿੰਦੇ ਬਾਜ਼ ਅੱਖ ਹੈ ਇਹਦੀ। ਕਿਉਂ ਕਹਿੰਦੇ ਆਪਾਂ? ਉਦਾਹਰਣ ਆਪਾਂ ਕਿਸੇ ਕਾਰਨ ਹੀ ਦਿੰਦੇ ਨਾ, ਬਾਜ਼ ਅੱਖ। ਇਸ ਵਾਸਤੇ ਉਹ ਬਾਜ਼ ਜਿਹੜਾ ਹੈ, ਉਹ ਜਿਸ ਵੇਲੇ ਉੱਤੇ ਮੰਡਰਾ ਰਿਹਾ, ਉੱਡ ਰਿਹਾ ਹੈ, ਪਰ ਬਗਲੇ ਨੂੰ ਨਹੀਂ ਪਤਾ। ਉਹ ਆਪਣੀ ਮਸਤੀ 'ਚ ਮੁਬਤਲਾ ਹੈ, ਗ੍ਰਸਤ ਹੈ। ਉਹ ਥੱਲੇ ਨਿੱਕੇ ਮੋਟੇ ਜੀਵਾਂ ਦਾ ਸ਼ਿਕਾਰ ਖੇਡ ਰਿਹਾ, ਪਖੰਡ ਅਤੇ ਦੰਭ ਫੈਲਾ ਰਿਹਾ। ਹੁਣ ਮਨੁੱਖ ਨੂੰ ਪਤਾ ਨਹੀਂ ਕਿ ਉਹਦੇ ਸਿਰ ਤੇ ਵੀ ਮੌਤ ਦਾ ਬਾਜ਼ ਮੰਡਰਾ ਰਿਹਾ। ਸਭ ਕੁਝ ਭੁੱਲ ਕੇ ਉਹਨੂੰ ਇਹ ਲੱਗਦਾ ਵੀ ਮੈਂ ਕਿਹੜਾ ਮਰਨਾ ਹੈ, ਮੈਨੂੰ ਕਿਹੜਾ ਖਤਰਾ ਹੈ, ਮੈਂ ਦੁਨੀਆ ਨੂੰ ਜਿੰਨੇ ਮਰਜ਼ੀ ਧੋਖੇ ਦਿਆਂ। ਉਹ ਆਪਣਾ ਹੱਕ ਸਮਝਦਾ। ਪਰ ਮਹਾਰਾਜ ਫਰਮਾਉਂਦੇ ਨੇ, ਕੇਲ ਕਰੇਂਦੇ ਹੰਝ ਨੂੰ ਅਚਿੰਤੇ। ਜਿਹੜੀ ਗੱਲ ਦਾ ਚੇਤਾ ਨਾ ਹੋਵੇ, ਜਿਹੜੀ ਚੀਜ਼ ਪ੍ਰਤੀ ਅਸੀਂ ਅਵੇਅਰ ਨਾ ਹੋਈਏ, ਉਹਨੂੰ ਆਪਾਂ ਚਿੰਤ ਕਹਿੰਦੇ ਹਾਂ, ਅਚਿੰਤਾ। ਯਾਨੀ ਕਿ ਚਿੰਤਨ ਤੋਂ ਬਿਨਾਂ, ਤੁਹਾਡੇ ਚਿੰਤਨ 'ਚ ਹੀ ਨਹੀਂ ਉਹ ਚੀਜ਼, ਤੁਹਾਡੇ ਖਿਆਲ 'ਚ ਨਹੀਂ ਉਹ ਚੀਜ਼, ਤੇ ਉਹ ਵਾਪਰ ਗਈ। ਅਚਿੰਤੇ ਬਾਜ਼ ਪਏ। ਤੇ ਹੋਇਆ ਕਿ ਬਾਜ਼ ਪਏ ਤੇ ਸਰਬ ਦੇ ਕੇਲਾਂ ਵਿਸਰੀਆਂ। ਹੁਣ ਜਦੋਂ ਬਾਜ਼ ਨੇ ਝਪਟ ਮਾਰੀ ਤੇ ਬਗਲੇ ਨੂੰ ਸੁੱਧ ਬੋਧੀ ਭੁੱਲ ਗਏ ਵੀ ਇਹ ਮੇਰੇ ਨਾਲ ਕੀ ਬਣਿਆ। ਹੁਣ ਚੇਤਾ ਥੋੜੀ ਸੀ ਉਹਨੂੰ। ਇਸੇ ਤਰ੍ਹਾਂ ਮਨੁੱਖ ਦਾ ਵੀ ਸਾਰੀਆਂ ਕੇਲਾਂ ਵਿਸਰ ਜਾਣ, ਸਭ ਕੁਝ ਇੱਥੇ ਰਹਿ ਜਾਂਦਾ, ਸਭ ਧਰਿਆ ਧਰਾਇਆ ਰਹਿ ਜਾਂਦਾ। ਨਰ ਚਾਹਤ ਕਛ ਔਰੈ ਕੀ ਔਰੈ ਪਈ, ਚਿਤਵਤ ਰਹਿਓ ਠਗੌਰ। ਚਿਤਵਦਾ ਸੀ ਠੱਗੀਆਂ, ਨਾਨਕ ਫਾਸੀ ਗਲ ਪਰੀ। ਉਧਰੋਂ ਮੌਤ ਦੀ ਫਾਈ ਗਲ ਪੈ ਗਈ, ਠੱਗੀਆਂ ਦੀ ਖੇਡ ਇੱਥੇ ਹੀ ਰਹਿ ਗਈ। ਹੁਣ ਉਹ ਜਿਹੜੀ ਚੀਜ਼ ਹੈ, ਉਸ ਨੂੰ ਬਾਬਾ ਫਰੀਦ ਸਾਹਿਬ ਫਰਮਾਉਂਦੇ ਨੇ, ਕਹਿੰਦੇ ਬਾਜ਼ ਪਏ ਤੇ ਸਰਬ ਦੇ ਕੇਲਾਂ ਵਿਸਰੀਆਂ, ਜੋ ਮਨ ਚੇਤ ਨਾ ਚੇਤੇ ਸਨ, ਸੋ ਗੱਲ ਹੀ ਰੱਬ ਕੀ। ਜੋ ਮਨ ਵਿੱਚ ਵੀ ਨਹੀਂ ਸਨ, ਚੇਤ ਵਿੱਚ ਵੀ ਨਹੀਂ ਸਨ, ਚਿੰਤਨ ਵਿੱਚ, ਜੋ ਖਿਆਲ ਵਿੱਚ ਵੀ ਨਹੀਂ ਆਈਆਂ, ਰੱਬ ਨੇ ਉਹ ਕਰ ਵਿਖਾਈ। ਪਰਮੇਸ਼ਰ ਦੀ ਮਰਜ਼ੀ
ਵਾਹਿਗੁਰੂ ਦੇ ਹੁਕਮ ਨੂੰ ਨਾ ਜਾਣ ਕੇ ਮਨੁੱਖ ਆਪਣੀਆਂ ਮੌਜ ਮਸਤੀਆਂ, ਪਖੰਡਾਂ, ਦੰਭਾਂ, ਪਰਾਏ ਹੱਕ ਖਾਣ, ਧੋਖਾ ਧੜੀਆਂ, ਜ਼ਾਲ ਸਾਜ਼ੀਆਂ, ਬੇਈਮਾਨੀਆਂ, ਧੱਕੇਖੋਰੀ, ਸੁਭਾਅ, ਇਹਨਾਂ ਕੰਮਾਂ ਦੀਆਂ ਮੌਜ ਮਸਤੀਆਂ 'ਚ ਮੁਬਤਲਾ ਸੀ। ਪਰ ਪਰਮੇਸ਼ਰ ਦੀ ਮਰਜ਼ੀ ਨੂੰ ਜਾਣ ਨਾ ਸਕਿਆ ਕਿ ਉਹ ਵਕਤ ਵੀ ਆਣ ਪਹੁੰਚਣਾ ਹੈ ਤੇ ਮੌਤ ਦੇ ਬਾਜ ਨੇ ਝਪਟ ਮਾਰੀ, ਸਾਰੀਆਂ ਕੇਲਾਂ ਧਰੀਆਂ ਧਰਾਈਆਂ ਰਹਿ ਗਈਆਂ। ਜੋ ਮਨ ਚੇਤਨਾ ਚੇਤੇ ਸਨ ਸੋ ਗੱਲ ਹੀ ਰੰਗ। ਪਰਮੇਸ਼ਰ ਵਾਹਿਗੁਰੂ ਦੀ ਕਲਾ ਵਰਤ ਗਈ, ਉਹਦਾ ਹੁਕਮ ਵਰਤ ਗਿਆ। ਪਾਤਸ਼ਾਹ ਮਹਾਰਾਜ ਅਗਲੇ ਸ਼ਲੋਕਾਂ ਵਿੱਚ ਵੀ ਬੜੇ ਬਾਕਮਾਲ ਉਪਦੇਸ਼ ਬਖਸ਼ਿਸ਼ ਕਰਦੇ ਨੇ। ਆਪਾਂ ਕੱਲ ਦੇ ਦੀਵਾਨ ਵਿੱਚ ਸਾਂਝਿਆਂ ਕਰਨ ਦਾ ਯਤਨ ਕਰਾਂਗੇ। ਆਪ ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।